ਅੱਜ ਦਾ ਵਿਚਾਰ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਮਸਕਾਰ। मैं हाँ बलबीर जंडू ते मेरे नाल ने सीनियर पत्रकार ते मेरे सहयोगी बलविंदर जम्मू जी। अज असी इस प्रोग्राम च गल करांगे कि किस तरह जिहड़ा किसान अंदोलन है जिसने 26-27 नवंबर का जिहड़ा दिल्ली चलो का प्रोग्राम लिखिया होया और दूसरे पासे केंद्र सरकार हरियाणा सरकार किस तरह उस नूं रोकण ते लगी हुई है कि किसान दिल्ली ना पहुँच सकन। धड़ा धड़ किसानों ਦੀਆਂ गिरफ्तारियां कीतियां जा रही, उन्होंने रोकया जा रहा और इत्थों तक कि जिहड़ियां पंजाब दे विच यात्री गड्डियां चलनियां सी उन्होंने भी रोकया गया कि किसान उत्थे दिल्ली ना पहुँच सकन। सो ये सारी जिहड़ी स्थिति बनी हुई है जम्मू जी, इहदे विच ताज़ा हुण की है जानकारी जी कि की हुण हो रहा इस वेले किसान अंदोलन दे जिहड़े किसान दिल्ली जाण लई जथे बना के अपने ट्रैक्टर शंगार के ते वख-वख ढंग ते वख-वख साधनां राहीं उत्थे पहुँचना चाहुंदे आ ते की स्थिति है हुण? स्थिति जंडू साहब बड़ी सीधी पद्धरी है। कल जिहड़ा यूनियन होम सैकटरी है उन्हें 5 सूबਿਆਂ ਦੇ ਜਿਹੜੇ ਹੈ पुलिस मुखी ਉਹਨਾਂ ਨਾਲ ਗੱਲਬਾਤ ਕੀਤੀ जी। ਉਹਨਾਂ ਨੂੰ ਕਿਹਾ ਵੀ ਕਿਸਾਨ ਕਿਸੇ ਤਰੀਕੇ ਨਾਲ ਦਿੱਲੀ ਨਹੀਂ ਪਹੁੰਚਣੇ ਚਾਹੀਦੇ जी। ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਕੱਲ ਜਿਹੜੀਆਂ 72 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਜੀ। ਇਸ ਰਾਤ ਵੀ ਗ੍ਰਿਫਤਾਰੀਆਂ ਜਿਹੜੀ ਲੰਘੀ ਰਾਤ ਹੈ ਇਹਦੇ 'ਚ ਵੀ ਹੁੰਦੀਆਂ ਨੇ, ਛਾਪੇ ਵੀ ਮਾਰੇ ਜਾਂਦੇ ਰਹੇ, ਛਾਪੇ ਵੀ ਸਾਰਾ ਕੁਝ ਜਿਹੜਾ ਹਰਿਆਣੇ ਦੇ ਵਿੱਚ ਚੱਲ ਰਿਹਾ ਤੇ ਹਰਿਆਣੇ ਦੇ ਵਿੱਚ ਜਿਹੜਾ ਬਾਰਡਰ ਆ ਉਹ ਸੀਲ ਕੀਤਾ ਹੋਇਆ ਭਾਵੇਂ ਕਿ ਮੇਨ ਜਿਹੜਾ ਉਹ ਟ੍ਰੈਫਿਕ ਜਾ ਰਿਹਾ ਉਹਦੇ ਵਿੱਚ ਕਿਸਾਨ ਜਿਹੜੇ ਪਹਿਲਾਂ ਤਿਆਰੀਆਂ ਕਰਕੇ ਆਏ ਸੀ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਮਸਲਨ ਆ ਸਾਡਾ ਜਿਹੜਾ ਸ਼ੰਭੂ ਬੈਰੀਅਰ ਵਾਲਾ ਇਹ ਮਾਰਗ ਤਾਂ ਚੱਲ ਰਿਹਾ ਪਰ ਜਿਹੜਾ ਆਪਣੇ ਉਧਰ ਖਨੌਰੀ ਹੈ ਉੱਥੇ ਕਿਸਾਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਗਿਆ। ਡੱਬੋ ਵਾਲੀ ਚ ਵੀ ਐਂਟਰ ਨਹੀਂ ਹੋਣ ਦਿੱਤਾ ਗਿਆ। ਕਿਸਾਨਾਂ ਨੇ ਉੱਥੇ ਹੀ ਆਪਣੇ ਟੈਂਟ ਲਾਉਣੇ ਸ਼ੁਰੂ ਕਰ ਦਿੱਤੇ ਜੀ ਤੇ ਉਹ ਟੈਂਟ ਲਾ ਕੇ ਉਹਦੇ ਚ ਹੀ ਉਹ ਆਪਣਾ ਜਿਹੜਾ ਪ੍ਰੋਗਰਾਮ ਜਾਰੀ ਰੱਖਣਗੇ ਤੇ ਦੂਜੇ ਪਾਸੇ ਹਰਿਆਣਾ ਦੇ ਕਿਸਾਨ ਜਿਹੜੇ ਆ ਉਹ ਅੰਡਰਗਰਾਉਂਡ ਹੋ ਗਏ। ਉਹ ਗ੍ਰਿਫਤਾਰੀਆਂ ਤੋਂ ਬਚਣ ਲਈ ਵੀ ਅੰਡਰਗਰਾਉਂਡ ਹੋ ਗਏ ਪਰ ਉਹ ਅੰਦਰੋਂ ਅੰਦਰੀ ਤਿਆਰੀ ਜ਼ਰੂਰ ਆਪਣੇ ਅੰਦੋਲਨ ਦੀ ਕਰ ਰਿਹਾ ਤੇ ਉਹ ਨਾਲ ਹਰਿਆਣਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕਰ ਰਿਹਾ। ਉਹਦੇ ਪੁਤਲੇ ਵੀ ਫੂਕ ਕੇ ਮੁੱਖ ਮੰਤਰੀ ਪੁਤਲੇ ਸਾੜ ਰਿਹਾ ਤੇ ਪ੍ਰੋਟੈਸਟ ਕਰ ਰਿਹਾ ਵੀ ਸਾਨੂੰ ਜਿਹੜਾ ਸਾਡਾ ਪੀਸਫੁਲ ਸੰਘਰਸ਼ ਹੈ ਜਿਹੜਾ ਸਾਨੂੰ ਸੰਵਿਧਾਨਿਕ ਹੱਕ ਹੈ ਉਹ ਵੀ ਸਾਡਾ ਖੋਇਆ ਗਿਆ। ਮਤਲਬ ਉਹ ਇਸ ਪਾਸੇ ਵੱਲ ਜਿਹੜਾ ਆ ਰਿਹਾ ਤੇ ਕੇਵਲ ਬੀਜੇਪੀ ਨੂੰ ਛੱਡ ਕੇ ਹਰਿਆਣਾ ਦੇ ਵਿੱਚ ਜੇਜੇਪੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਕੇਂਦਰ ਸਰਕਾਰ ਦੀ ਇਸ ਮੂਵ ਦੀ ਇਹ ਜਿਹੜਾ ਲੋਕਾਂ ਨੂੰ ਦਾ ਜਿਹੜਾ ਬੋਲਣ ਦੀ ਆਜ਼ਾਦੀ ਆ, ਪ੍ਰੋਟੈਸਟ ਕਰਨ ਦੀ ਆਜ਼ਾਦੀ ਆ, ਰੋਸ ਪ੍ਰਗਟਾਉਣ ਦੀ ਆਜ਼ਾਦੀ ਆ, ਉਹਨੂੰ ਜਿਹੜਾ ਛਾਪਾ ਮਾਰਿਆ ਜਾ ਰਿਹਾ ਉਹਦੇ ਵਿਰੋਧ ਕਰ ਰਹੀਆਂ ਨੇ। ਉਹਦੇ ਵਿੱਚ ਕਾਂਗਰਸ ਪਾਰਟੀ ਵੀ ਸ਼ਾਮਲ ਆ, ਉਹਦੇ ਵਿੱਚ ਖੱਬੀਆਂ ਪਾਰਟੀਆਂ ਵੀ ਸ਼ਾਮਲ ਆ, ਉਹਦੇ ਵਿੱਚ ਹੋਰ ਪਾਰਟੀਆਂ ਵੀ ਪੰਜਾਬ 'ਚੋਂ ਅਕਾਲੀ ਦਲ ਵੀ ਸ਼ਾਮਲ ਆ, ਆਮ ਆਦਮੀ ਪਾਰਟੀ ਵੀ ਸ਼ਾਮਲ ਹੈਗੀ ਆ ਜੀ। ਪਰ ਜਦੋਂ ਅਸੀਂ ਯੂਨੀਅਨ ਹੋਮ ਸੈਕਟਰੀ ਅਜੇ ਭੱਲਾ ਹੋਣਾ ਦੀ ਦੇਖਦੇ ਹਾਂ ਵੀ ਉਹਨਾਂ ਨੇ ਪੁਲਿਸ ਮੁਖੀਆਂ ਨੂੰ ਕਿਹਾ ਵੀ ਰੋਕੋ ਇਹਨਾਂ ਨੂੰ, ਨਹੀਂ ਐਂਟਰ ਕਰਨ ਦੇਣਾ। ਮਤਲਬ ਉੱਥੇ ਬਹਾਨਾ ਬਣਾਇਆ ਜਾ ਰਿਹਾ ਵੀ ਕੋਵਿਡ ਕਰਕੇ ਨਹੀਂ ਦਿੱਲੀ 'ਚ ਜਾਇਆ ਜਾ ਸਕਦਾ। ਵੀ ਜੇ ਕੋਵਿਡ ਦੇ ਵਿੱਚ ਇਹ ਪੁੱਛਣ ਵਾਲਾ ਹੋਵੇ ਇਹਨਾਂ ਨੂੰ ਵੀ ਬਿਹਾਰ ਦੀਆਂ ਚੋਣਾਂ ਹੋ ਸਕਦੀਆਂ, ਮਤਲਬ ਕਿਸਾਨ ਪਿਛਲੇ 2.5-3 ਮਹੀਨਿਆਂ ਤੋਂ ਅੰਦੋਲਨ ਕਰ ਰਿਹਾ, ਹਜ਼ਾਰਾਂ ਦੀ ਗਿਣਤੀ 'ਚ ਹੈ ਤਾਂ ਉਦੋਂ ਕੋਵਿਡ ਦਾ ਕੋਈ ਖਤਰਾ ਨਹੀਂਗਾ। ਤੁਸੀਂ ਇਲੈਕਸ਼ਨਾਂ ਕਰਾ ਸਕਦੇ ਹੋ। ਹਰਿਆਣਾ ਦੇ ਵਿੱਚ ਬੜੌਦਾ ਦੀ ਇਲੈਕਸ਼ਨ ਹੋਈ ਹੈ, ਹੋਰ 5 ਸੂਬਿਆਂ ਦੇ ਵਿੱਚ ਬਾਈ ਇਲੈਕਸ਼ਨਾਂ ਹੋਈਆਂ, ਉਹ ਸਾਰਾ ਕੁਝ ਹੋ ਸਕਦਾ। ਪਰ ਜੇ ਕਿਸਾਨਾਂ ਨੇ ਪ੍ਰੋਟੈਸਟ ਕਰਨਾ ਉਹਨਾਂ ਨੂੰ ਨਾ ਜਾਣ ਦਿੱਤਾ ਜਾਵੇ। ਇਹ ਤਰੀਕਾਕਾਰ ਕੇਂਦਰ ਸਰਕਾਰ ਅਪਣਾ ਰਹੀ ਹੈ ਜਿਹੜੇ ਕਿ ਲੋਕ ਜਿਹੜੀ ਕਿਸਾਨੀ ਜਿਹੜਾ ਉਹਨਾਂ ਦਾ ਮੁੱਢਲਾ ਹੱਕ ਹੈ ਉਹਦੇ ਤੋਂ ਉਹਨੂੰ ਵਾਂਝਾ ਕਰ ਰਹੀ ਹੈ। ਕੱਲ ਕੇਵਲ ਕਿਸਾਨ ਨਹੀਂ ਜਾ ਰਹੇ, ਆੜਤੀਏ ਵੀ ਜਾ ਰਹੇ ਆ, ਖੇਤ ਮਜ਼ਦੂਰ ਵੀ ਉਹਨਾਂ ਦੇ ਨਾਲ ਜਾ ਰਹੇ, ਮਤਲਬ ਹੋਰ ਵਰਗ ਦਾ ਸਮਾਜ ਦੇ ਬਾਕੀ ਵਰਗ ਵੀ ਉਹਨਾਂ ਦੇ ਅੰਦੋਲਨ ਦਾ ਹਿੱਸਾ ਬਣੇ ਹੋਏ ਆ। ਔਰ ਅਸੀਂ ਦੇਖਿਆ ਹੈ ਕਿ ਪਿਛਲੇ ਸਾਰੇ ਸਮੇਂ ਦੌਰਾਨ ਜਿਸ ਤਰ੍ਹਾਂ ਕਿਸਾਨ ਅੰਦੋਲਨ ਦੇ ਨਾਲ ਬਾਕੀ ਵਰਗ ਜੁੜੇ ਆ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਜੇ ਕਿਸਾਨ ਦੇ ਉਹਨੂੰ ਮਾਰ ਪੈਂਦੀ ਹੈ, ਜੇ ਖੇਤੀ ਸੈਕਟਰ ਨੂੰ ਮਾਰ ਪੈਂਦੀ ਹੈ ਤਾਂ ਉਹਨਾਂ ਦੇ ਕਾਰੋਬਾਰ ਤੇ ਵੀ ਅਸਰ ਪਏਗਾ, ਉਹਨਾਂ ਦੀ ਜ਼ਿੰਦਗੀ ਤੇ ਵੀ ਅਸਰ ਪਏਗਾ, ਉਹਨਾਂ ਦੇ ਬਾਕੀ ਜੋ ਸਾਰਾ ਬੱਚਿਆਂ ਦੀ ਪੜ੍ਹਾਈ ਦੇ ਮਾਮਲੇ ਹੈਗੇ ਆ ਉਹ ਸਾਰਾ ਕੁਝ ਜਿਹੜਾ ਹੈ ਉਹਦੇ ਤੇ ਪ੍ਰਭਾਵਿਤ ਹੋਣਗੇ। ਸੋ ਇਸ ਕਰਕੇ ਸਾਰੇ ਵਰਗਾਂ ਨੂੰ ਇਹ ਲੱਗਦਾ ਹੈ ਕਿ ਜੇ ਕਿਸਾਨ ਦੀ ਹਾਲਤ ਠੀਕ ਹੋਏਗੀ, ਜੇ ਠੀਕ ਢੰਗ ਨਾਲ ਖੇਤੀ ਹੋਏਗੀ, ਕਿਸਾਨ ਕੋਲ ਪੈਸਾ ਆਏਗਾ, ਉਹ ਤਾਂ ਹੀ ਮਾਰਕੀਟ 'ਚੋਂ ਜਿਹੜੀ ਹੈ ਖਰੀਦਦਾਰੀ ਕਰ ਸਕੇਗਾ। ਸੋ ਇਹ ਸਾਰੀ ਜਿਹੜੀ ਸਥਿਤੀ ਬਣੀ ਹੈ ਉਹਦੇ 'ਚ ਸਮਾਜ ਦਾ ਹਰ ਵਰਗ ਇਸ ਵੇਲੇ ਇਹ ਚਾਹ ਰਿਹਾ ਹੈਗਾ ਕਿ ਉਹ ਕਿਸਾਨ ਅੰਦੋਲਨ ਜਿਹੜਾ ਉਹ ਸਫਲ ਹੋਣਾ ਚਾਹੀਦਾ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਕੇ ਬਕਾਇਦਾ ਜਿਹੜੀ ਹੈਗੀ ਹੈ ਉਹ ਮਾਮਲੇ ਨੂੰ ਨਿਪਟਾਏ ਜਾਂ ਜਿਹੜੇ ਕਿਸਾਨਾਂ ਦੇ ਖਦਸ਼ੇ ਹੈ, ਕਿਸਾਨਾਂ ਦੇ ਮਨਾਂ 'ਚ ਡਰ ਹੈ,
ਉਹਨਾਂ ਨੂੰ ਦੂਰ ਕਰੇ। ਡਰ ਇਕੱਲੇ ਕਿਸਾਨਾਂ ਦੇ ਮਨਾਂ 'ਚ ਨਹੀਂ ਹੈ, ਖੇਤ ਮਜ਼ਦੂਰਾਂ ਦੇ ਮਨਾਂ 'ਚ ਵੀ ਹੈ, ਸਾਰੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਲੋਕ ਹੈ ਉਹਨਾਂ ਦੇ ਮਨਾਂ 'ਚ ਵੀ ਹੈ ਕਿ ਜੇ ਸਰਕਾਰ ਨੇ ਸਰਕਾਰੀ ਖਰੀਦ ਬੰਦ ਕਰ ਦਿੱਤੀ ਤਾਂ ਫਿਰ ਗੋਦਾਮਾਂ 'ਚ ਰਾਸ਼ਨ ਨਹੀਂ ਰਹੇਗਾ, ਤਾਂ ਸਸਤੇ ਭਾਅ 'ਤੇ ਜਿਹੜੀਆਂ ਡੀਪੂਆਂ ਤੋਂ ਰਾਸ਼ਨ ਮਿਲਦਾ ਉਹ ਕਿੱਥੋਂ ਮਿਲੇਗਾ? ਕਿ 1-2 ਸਾਲ ਤਾਂ ਇਹ ਚੱਲ ਜੂ ਕੰਮ, ਉਸ ਤੋਂ ਬਾਅਦ ਜੇ ਸਰਕਾਰੀ ਖਰੀਦ ਹੀ ਨਾ ਹੋਈ ਤੇ ਸਰਕਾਰ ਨੇ ਰਾਸ਼ਨ ਕਿੱਥੋਂ ਦੇਣਾ? ਤੁਹਾਨੂੰ ਮੰਡੀ ਦੇ ਵਿੱਚੋਂ ਹੀ ਖਰੀਦਣਾ ਪੈਣਾ। ਸੋ ਜੰਮੂ ਜੀ ਇਹ ਸਾਰੀ ਸਥਿਤੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਸੇ ਕਰਕੇ ਸਾਰਾ ਜਿਹੜਾ ਸਮਾਜ ਦੇ ਵਰਗ ਹੈ ਉਹ ਇਹ ਮਹਿਸੂਸ ਕਰ ਰਿਹਾ, ਬੀਜੇਪੀ ਦੇ ਜਿਹੜੇ ਆਗੂ ਹੈ ਉਹਨਾਂ ਨੂੰ ਛੱਡ ਕੇ ਤੇ ਜਾਂ ਬੀਜੇਪੀ ਦੇ ਜਿਹੜੇ ਪੈਰੋਕਾਰ ਆ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਇਸ ਗੱਲ ਨੂੰ ਇਸ ਢੰਗ ਨਾਲ ਮਹਿਸੂਸ ਕਰ ਰਹੇ। ਦੇਖੋ ਕਿਸਾਨ ਤਾਂ ਇਸ ਗੱਲ ਨੂੰ ਵੀ ਕੁਐਸਚਨ ਕਰ ਰਿਹਾ ਹੈ ਵੀ 3 ਦਸੰਬਰ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਜੀ, ਵੀ ਜੇ ਸੱਦਾ ਦੇਣਾ ਸੀਗਾ ਇਹ 26-27 ਤੋਂ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ ਤਾਂ ਕਿ ਇਹ ਮਸਲੇ ਦੀ ਜੇ ਕੋਈ ਸੀਰੀਅਸਨੈਸ ਹੁੰਦੀ। ਹੁਣ ਸਵਾਲ ਇਹ ਹੋਊਗਾ ਵੀ 3 ਦਸੰਬਰ ਨੂੰ ਜਿਹੜਾ ਸੱਦਾ ਦਿੱਤਾ ਕੇਂਦਰ ਸਰਕਾਰ ਨੇ ਗੱਲਬਾਤ ਲਈ, ਉਹ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਪੱਤਰ ਹੈ ਤੇ ਉਹ ਗੱਲਬਾਤ ਕਰਨਗੇ ਜਿਹਦੇ ਨਾਲ ਕਿਸਾਨ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਆ। ਇਸ ਮੁੱਦੇ ਤੇ ਲੱਗਦਾ ਹੈ ਕਿ ਗੱਲਬਾਤ ਮੁੜ ਕੇ ਹੋਏਗੀ ਜਾਂ ਨਹੀਂ ਹੋਏਗੀ, ਇੱਕ ਇਸ ਤਰੀਕੇ ਦਾ ਮਾਮਲਾ ਖੜਾ ਹੋ ਜਾਏਗਾ। ਜੰਮੂ ਜੀ ਇਸ ਗੱਲ ਤੇ ਨਿਰਭਰ ਕਰੇਗਾ ਨਾ 26-27 ਨਵੰਬਰ ਦਾ ਜਿਹੜਾ ਐਕਸ਼ਨ ਹੈਗਾ ਕਿਸਾਨਾਂ ਦਾ, ਉਹ ਕੀ ਰੁਖ ਅਖਤਿਆਰ ਕਰਦਾ, ਉਹ ਕਿਸ ਦਿਸ਼ਾ 'ਚ ਅੱਗੇ ਵਧਦਾ। ਦੇਖੋ ਕੇਂਦਰ ਸਰਕਾਰ ਦੇਖਣਾ ਚਾਹੁੰਦੀ ਹੈ ਵੀ ਕਿਸਾਨਾਂ 'ਚ ਕਿੰਨਾ ਕੁ ਦਮ ਹੈ, ਕਿੰਨੀ ਕੁ ਜ਼ੋਰ ਜਮਾਈ ਹੈਗੀ। ਬਿਲਕੁਲ ਠੀਕ। ਇਹਦਾ ਜਿਹੜਾ ਸਾਡਾ ਬਾਰਡਰ ਹੈ ਹਰਿਆਣੇ ਨਾਲ ਲੱਗਦਾ, ਉਹਦੇ ਉੱਪਰ ਵੱਡੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਇਕੱਠੇ ਹੋਣਗੇ, ਉੱਥੇ ਆਪਣਾ ਪ੍ਰੋਟੈਸਟ ਕਰਨਗੇ। ਹੋ ਸਕਦਾ ਕਿ ਰਸਤੇ ਜਾਮ ਹੋ ਜਾਣ, ਹਰਿਆਣੇ ਨੂੰ ਨਾ ਆਉਣ ਦਾ ਨਾ ਜਾਣ ਦਾ ਕੋਈ ਰਸਤਾ ਰਹਿ ਜਾਵੇ, ਇਹ ਗੱਲ ਦੀ ਪੋਸੀਬਿਲਿਟੀ ਹੈਗੀ ਹੈ। ਤੇ ਕੇਂਦਰ ਸਰਕਾਰ ਨੇ ਜਿਹੜਾ ਇਹ ਕੀਤਾ ਨਾਲ ਦੀ ਨਾਲ ਵੀ ਜਿਹੜੀਆਂ ਰੇਲ ਗੱਡੀਆਂ ਸੀਗੀਆਂ ਜਿਹੜੀਆਂ ਮਾਲਵੇ 'ਚ ਆਉਣੀਆਂ ਸੀਗੀਆਂ ਦਿੱਲੀ ਜਾਣੀਆਂ, ਕਰਕੇ ਜਿਹੜੀਆਂ ਬਠਿੰਡਾ ਤੇ ਫਿਰੋਜ਼ਪੁਰ ਸਾਈਡ ਤੇ ਆਉਣੀਆਂ, ਉਹ ਸਾਰੀਆਂ ਜਿਹੜੀਆਂ ਗੱਡੀਆਂ ਉਹ ਬੰਦ ਕਰ ਦਿੱਤੀਆਂ, ਮੁਸਾਫਰ ਗੱਡੀਆਂ। ਮਤਲਬ ਬੰਦ ਕਰਨ ਦਾ ਉਹਨਾਂ ਦਾ ਇਹੀ ਮਕਸਦ ਹੈ ਵੀ ਕਿਸਾਨ ਗੱਡੀਆਂ ਰਾਹੀਂ ਨਾ ਦਿੱਲੀ ਚੱਲ ਜਾਣ। ਮਤਲਬ ਇਹ ਮਈਅਰ ਜਿਹੜੇ ਕੇਂਦਰ ਸਰਕਾਰ ਲੈ ਰਹੀ ਹੈ। ਦੂਜੇ ਪਾਸੇ ਕਿਸਾਨਾਂ ਨੇ ਵੀ ਫੈਸਲਾ ਕੀਤਾ ਵੀ ਅਸੀਂ ਤਿਆਰ ਬਿਆਰ ਹੋ ਕੇ ਟਰਾਲੀਆਂ ਸ਼ਿੰਗਾਰ ਕੇ ਨਹੀਂ ਜਾਣਾ। ਹੁਣ ਉਹਨਾਂ ਨੇ ਆਪਣਾ ਕੱਲ ਦਾ ਤਰੀਕਾਕਾਰ ਬਦਲ ਲਿਆ। ਉਹ ਕਹਿੰਦੇ ਵੀ ਜਾਵਾਂਗੇ ਦਿੱਲੀ ਜ਼ਰੂਰ, ਵੱਖ-ਵੱਖ ਢੰਗ ਤਰੀਕੇ ਬਣਾ ਕੇ ਜਾਣਗੇ, ਵੱਖ-ਵੱਖ ਰਾਹ ਅਪਣਾਉਣਗੇ। ਹਾਂ, ਜਿਹੜੇ ਲੱਖਾਂ ਦੀ ਗਿਣਤੀ 'ਚ ਜਾਣੇ ਸੀ ਉਹ ਤਾਂ ਪੋਸੀਬਲ ਨਹੀਂ ਹੋਏਗੀ ਕਿਉਂਕਿ ਹਰਿਆਣਾ ਸਰਕਾਰ ਉਹਨਾਂ ਨੂੰ ਜਾਣ ਨਹੀਂ ਦੇਗੀ, ਰੋਕੇਗੀ ਤੇ ਗ੍ਰਿਫਤਾਰ ਵੀ ਕੁਝ ਨੂੰ ਕਰੇਗੀ। ਪਰ ਮੈਨੂੰ ਨਹੀਂ ਲੱਗਦਾ ਕਿ ਜਿੰਨੇ ਕਿਸਾਨ ਇਕੱਠੇ ਹੋਣੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਇਹਨਾਂ ਦਾ ਪ੍ਰਬੰਧ ਹੀ ਨਹੀਂ ਹੈਗਾ ਜੀ। ਇਸ ਕਰਕੇ ਸਰਕਾਰ ਜਿਹੜੀ ਆ ਉਹਨਾਂ ਦੇ ਅਸਲ ਤਾਂ ਜੰਮੂ ਜੀ ਸਾਰਾ ਗੱਲ ਤਾਂ ਇਸ ਤੇ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਪ੍ਰਬੰਧ ਕਰਨ ਦੀ ਥਾਂ ਤੇ ਉਹਨਾਂ ਨਾਲ ਗੱਲਬਾਤ ਕਰਕੇ ਬੈਠ ਕੇ ਜਿਹੜਾ ਮਾਮਲਾ ਨਿਬੇੜੇ। ਇਹ ਪ੍ਰਬੰਧ ਕਰਨ ਦਾ ਜਿੰਨਾ ਜ਼ੋਰ ਲੱਗ ਰਿਹਾ ਉਹ ਜ਼ੋਰ ਸਾਰਾ ਇਸ ਗੱਲ ਤੇ ਕਿਉਂ ਨਹੀਂ ਲਾਉਂਦੇ? ਸਰਕਾਰ ਜਿਹੜੀ ਹੈ ਨਾ ਉਹ ਸਾਰਾ ਕੁਝ ਜਿਹੜਾ ਅਡਾਨੀਆਂ ਅਬਾਨੀਆਂ ਨਹੀਂ ਕਰ ਰਹੀ ਹੈ। ਜਿਵੇਂ ਖੇਤੀ ਕਾਨੂੰਨ ਆ ਉਹ ਕਿਹਾ ਤਾਂ ਇਹ ਜਾ ਰਿਹਾ ਵੀ ਇਹ ਮੰਡੀ ਜਿਹੜੀ ਆ ਖੁੱਲ ਜੂਗੀ, ਤੁਹਾਡੇ ਸਾਰੇ ਦੇਸ਼ ਦੀ ਮੰਡੀ ਆ, ਅਸੀਂ ਦਲਾਲ ਖਤਮ ਹੋ ਜਾਣਗੇ, ਦਲਾਲ ਖਤਮ ਆਜ਼ਾਦ ਹੋ ਜਾਓਗੇ। ਇਹਦੇ ਨਾਲ ਕਿੰਨੀ ਤਰ੍ਹਾਂ ਦੇ ਦਲਾਲ ਹੋਰ ਆਉਣਗੇ ਉਹਨਾਂ ਬਾਰੇ ਕਦੇ ਨਹੀਂ ਸੋਚਿਆ ਜਾਂਦਾ। ਮਤਲਬ ਇਹ ਕਿਹਾ ਜਾਂਦਾ ਵੀ ਤੁਸੀਂ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਆਪਣਾ ਅਨਾਜ ਲਿਜਾ ਸਕੋਗੇ। ਇਹ ਪੁੱਛਣ ਵਾਲਾ ਹੋਵੇ ਵੀ ਭਲੇ ਮਾਨਸੋ ਜਿਹੜੇ ਕਿਸਾਨ 86% ਕਿਸਾਨ 5 ਏਕੜ ਤੋਂ ਹੇਠਾਂ ਵਾਲੇ ਆ, ਉਹਨਾਂ ਨੂੰ ਕੀ ਫਾਇਦਾ ਹੋਏਗਾ? ਮਤਲਬ ਜੇ ਫਾਇਦਾ ਹੋਏਗਾ 2-3% ਕਿਸਾਨਾਂ ਨੂੰ। ਹੁਣ ਜੰਮੂ ਜੀ ਅਸੀਂ ਦੇਖਦੇ ਹਾਂ ਕਿ ਪੰਜਾਬ 'ਚ ਵੀ ਦੇਖੋ ਕਿੰਨੇ ਉਹਨਾਂ ਨੇ ਅਡਾਨੀ ਦੇ ਸਾਇਲੋ ਕਿੰਨੇ ਬਣੇ ਹੋਏ ਆ, ਵੱਖ-ਵੱਖ ਜਿਹੜੇ ਪੰਜਾਬ ਦੇ ਕਾਰਨਰ ਹੈ ਉਹਨਾਂ ਦੇ ਉੱਤੇ ਏਡੇ ਵੱਡੇ ਸਾਇਲੋ ਉਹ ਕਾਹਦੇ ਲਈ ਬਣਾਏ ਆ ਜੇ ਨਹੀਂ ਇੱਕ ਗੱਲ ਕਰਨੀ ਇਹਨਾਂ। ਮਤਲਬ ਸਾਰਾ ਕੁਝ ਹੀ ਜਿਹੜਾ ਨਾ ਉਹ ਕਾਰਪੋਰੇਟ ਸੈਕਟਰ ਲਈ ਜਿਹੜੀ ਆ ਕੇਂਦਰ ਸਰਕਾਰ ਕਰ ਰਹੀ ਹੈ। ਸਾਰਾ ਕੁਝ ਹੀ ਜਿਹੜਾ ਡਿਸਇਨਵੈਸਟਮੈਂਟ ਪਬਲਿਕ ਸੈਕਟਰ ਦੀ ਕਰਨੀ, ਸਾਰਾ ਰਸਤੇ ਹੀ ਉਹਨਾਂ ਲਈ ਖੁੱਲੇ ਜਾ ਰਹੇ ਆ। ਤੇ ਇਹ ਸਾਰਾ ਕੁਝ ਜਿਹੜਾ ਇਹ ਕਿਸਾਨਾਂ ਦੀ, ਮਜ਼ਦੂਰਾਂ ਦੀ, ਉਹਨਾਂ ਦੀ ਕਾਸਟ ਤੇ ਕੀਤਾ ਹੈ। ਵੈਸੇ ਵੀ ਜੰਮੂ ਜੀ ਅਸੀਂ ਦੇਖਦੇ ਹਾਂ ਜਿਹੜੀ ਗੱਲ ਤੁਸੀਂ ਕਰ ਰਹੇ ਆ ਇਸੇ ਗੱਲ ਨੂੰ ਹੀ ਮੈਂ ਅੱਗੇ ਵਧਾਉਣਾ ਕਿ ਜਿਹੜੀ ਗੱਲ ਕਿਸਾਨ ਕਹਿ ਰਿਹਾ ਉਹੀ ਗੱਲ ਜਿਹੜੇ ਹੈ ਫੈਕਟਰੀ ਮਜ਼ਦੂਰ ਕਹਿ ਰਿਹਾ, ਉਹੀ ਗੱਲ ਮੁਲਾਜ਼ਮ ਕਹਿ ਰਿਹਾ, ਉਹੀ ਗੱਲ ਬੈਂਕਾਂ ਦੇ ਮੁਲਾਜ਼ਮ ਕਹਿ ਰਿਹਾ। ਹਰ ਜਿਹੜਾ ਵਰਗ ਹੈਗਾ ਖਾਸ ਕਰਕੇ ਜਿਹੜਾ ਮਿਹਨਤਕਸ਼ ਲੋਕ ਹੈ ਉਹ ਸਾਰੇ ਹੀ ਇਸ ਗੱਲ ਦੇ ਉੱਤੇ ਸਹਿਮਤ ਹੈਗੇ ਆ। ਔਰ ਇਸੇ ਕਰਕੇ ਕੇਂਦਰੀ ਟ੍ਰੇਡ ਯੂਨੀਅਨਾਂ ਜਿਹੜੀਆਂ 10 ਹੈ, ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਹੈ ਭਾਰਤੀ ਮਜ਼ਦੂਰ ਸੰਘ, ਉਹਨੂੰ ਛੱਡ ਕੇ ਉਹਨਾਂ ਨੇ ਕੱਲ ਜਿਹੜੀ ਹੈ ਬਕਾਇਦਾ 26 ਨਵੰਬਰ ਨੂੰ ਦੇਸ਼ ਭਰ 'ਚ ਹੜਤਾਲ ਦਾ ਸੱਦਾ ਦਿੱਤਾ ਹੋਇਆ। ਉਹਨਾਂ ਦਾ ਵੀ ਇਹ ਕਹਿਣਾ ਹੈਗਾ ਕਿ ਜਿਹੜੇ ਪਹਿਲਾਂ ਕਿਰਤ ਕਾਨੂੰਨ ਸੀਗੇ, 27 ਐਕਟ ਸੀਗੇ ਜਿਹੜੇ ਮਜ਼ਦੂਰਾਂ ਦੇ ਇਹ ਪ੍ਰੋਟੈਕਸ਼ਨ ਲਈ ਸੀ, ਮਜ਼ਦੂਰਾਂ ਦੀਆਂ ਤਨਖਾਹਾਂ ਨਾਲ ਸੰਬੰਧਿਤ ਸੀ, ਮਜ਼ਦੂਰਾਂ ਦੇ ਬਾਕੀ ਜਿਹੜੇ ਉਹਨਾਂ ਦਾ ਉੱਥੇ ਵਰਕਿੰਗ ਕੰਡੀਸ਼ਨ ਸੀ ਉਹਨਾਂ ਨਾਲ ਸੰਬੰਧਿਤ ਸੀ, ਉਹਨਾਂ ਨੂੰ ਸਰਕਾਰ ਨੇ ਖਤਮ ਕਰਕੇ ਹੁਣ ਬਕਾਇਦਾ ਜਿਹੜਾ ਉਹਨਾਂ ਦੀ ਥਾਂ ਦੇ ਉੱਤੇ 3 ਨਵੇਂ ਜਿਹੜੇ ਕਿਰਤ ਕਾਨੂੰਨ ਲਿਆਂਦੇ ਆ। ਤੇ ਉਹ ਸਾਰੇ ਕਿਰਤ ਕਾਨੂੰਨ ਜਿਹੜੇ ਆ ਉਹ ਵੀ ਉਸੇ ਤਰ੍ਹਾਂ ਹੀ ਕਾਰਪੋਰੇਟ ਦੇ ਹਿੱਤਾਂ ਦੇ
ਲਈ ਉਹਨਾਂ ਦੀ ਮਦਦ ਕਰਨਗੇ, ਜਿਸ ਤਰ੍ਹਾਂ ਖੇਤੀ ਕਾਨੂੰਨ ਜਿਹੜੇ ਲਿਆਂਦੇ ਆ, ਜਿਸ ਤਰ੍ਹਾਂ ਕਿਸਾਨ ਕਹਿ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਜੰਮੂ ਸਾਰਾ ਹੀ ਜਿਹੜਾ ਕਿਸਾਨ ਹੈ, ਖੇਤ ਮਜ਼ਦੂਰ ਹੈ, ਫੈਕਟਰੀ ਮਜ਼ਦੂਰ ਹੈ, ਮੁਲਾਜ਼ਮ ਹੈ, ਉਹ ਸਾਰਾ ਹੀ ਇਸ ਗੱਲ ਦੇ ਉੱਤੇ ਅੰਦੋਲਨ ਕਰ ਰਿਹਾ ਹੈ ਕਿ ਜਿੰਨੀਆਂ ਵੀ ਮੋਦੀ ਸਰਕਾਰ ਨੇ ਨੀਤੀਆਂ ਬਣਾਈਆਂ ਉਹ ਸਾਰੀਆਂ ਹੀ ਕਾਰਪੋਰੇਟ ਦੇ ਹਿੱਤ 'ਚ ਹੈ। ਇਸ ਕਰਕੇ ਮੁਲਕ ਨੂੰ ਵੀ ਕਾਰਪੋਰੇਟ ਤੋਂ ਬਚਾਉਣਾ ਪਏਗਾ, ਤਾਂ ਹੀ ਜਿਹੜੇ ਆ ਮਿਹਨਤਕਸ਼ ਲੋਕ ਹੈ, ਜਿਹੜੇ ਕਿਸਾਨ ਹੈ, ਖੇਤ ਮਜ਼ਦੂਰ ਹੈ, ਫੈਕਟਰੀ ਮਜ਼ਦੂਰ ਹੈ, ਮੁਲਾਜ਼ਮ ਹੈ, ਉਹ ਬਚ ਸਕਣਗੇ ਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਹੋ ਸਕੇਗੀ। ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ ਜਿਹੜੀ, ਕਿਉਂਕਿ ਕੇਂਦਰੀ ਟ੍ਰੇਡ ਯੂਨੀਅਨ ਜਿਹੜੀ ਹੜਤਾਲ ਹੈ ਉਹਦੇ ਨਾਲ ਜੰਮੂ ਜੀ 25 ਕਰੋੜ ਜਿਹੜੇ ਕੰਮ ਆ ਉਹਨਾਂ ਨੇ ਉਸ ਹੜਤਾਲ 'ਚ ਸ਼ਾਮਲ ਹੋਣਾ। ਇੱਕ ਪਾਸੇ ਕਿਸਾਨ ਹੈ, ਇੱਕ ਪਾਸੇ ਉਹ ਹੈ। ਹੁਣ ਇਹ ਸਾਰਾ ਜਿਹੜਾ ਇੱਦਾਂ ਲੱਗਦਾ ਹੈ ਕਿ ਦੇਸ਼ ਦਾ ਆਵਾਮ ਹੈ ਉਹ ਅੰਦੋਲਨ ਦੇ ਰਾਹ ਪੈ ਗਿਆ, ਜੋ ਕੁਝ ਕੇਂਦਰ ਸਰਕਾਰ ਦੀਆਂ ਨੀਤੀਆਂ ਉਹਨਾਂ ਤੇ ਜਿਸ ਤਰ੍ਹਾਂ ਅਸਰ ਪਾ ਰਹੀਆਂ। ਦੇਖੋ ਜਨ ਸਾਹਿਬ, ਜਿਹੜਾ ਕੱਲ ਜਿਹੜੀ ਹੜਤਾਲ ਹੋ ਰਹੀ ਹੈ ਟ੍ਰੇਡ ਯੂਨੀਅਨ ਦੀ, 10 ਟ੍ਰੇਡ ਯੂਨੀਅਨ ਹੜਤਾਲ ਕਰ ਰਹੀਆਂ, ਉਹਦੇ ਨਾਲ ਸੂਬਿਆਂ ਦੇ ਵਿੱਚ ਹੋਰ ਟ੍ਰੇਡ ਯੂਨੀਅਨ ਵੀ ਜੁੜੀਆਂ ਜਿਹੜੀਆਂ ਕੱਲ ਹੜਤਾਲ ਤੇ ਆਉਣਗੀਆਂ। ਕੱਲ ਹੀ ਕਿਸਾਨਾਂ ਨੇ ਦਿੱਲੀ ਮਾਰਚ ਕਰਨਾ, ਦੋਨੇ ਕੋਇਨਸਾਈਡ ਕਰਦੇ, ਦੋਨਾਂ ਦੇ ਹਿੱਤ ਸਾਂਝੇ ਨੇ। ਖੇਤੀ ਦੇ ਖੇਤਰ ਦੇ ਵਿੱਚ ਵੀ ਕਾਰਪੋਰੇਟ ਦੇ ਨੂੰ ਖੁਸ਼ ਕਰਨ ਲਈ ਸਾਰਾ ਕੁਝ ਕੀਤਾ ਜਾ ਰਿਹਾ, ਤੇ ਜਿਹੜੇ ਵਰਕਰ ਨੇ, ਜਿਹੜੇ ਵਰਕਿੰਗ ਕਲਾਸ ਆ, ਉਹਦੇ ਵਿੱਚ ਵੀ ਸਾਰਾ ਕੁਝ ਉਹਨਾਂ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ। 27 ਕਾਨੂੰਨਾਂ ਨੂੰ 3 ਕੋਡ ਦੇ ਵਿੱਚ ਬਦਲ ਦਿੱਤਾ ਗਿਆ। ਇੱਕ ਚੌਥਾ ਕੋਡ, ਉਹਦੇ 'ਚ ਜਿਹੜੇ ਰਹਿੰਦੇ ਕਾਨੂੰਨ ਆ ਉਹ ਚੌਥੇ 'ਚ ਆ ਜਾਣਗੇ। ਇਹ ਕੇਂਦਰ ਸਰਕਾਰ ਜਿਹੜਾ ਕੰਮਕਾਜ ਕੀਤਾ ਜਾਂ ਕਰ ਰਹੀ ਹੈ। ਇਹਦੇ ਨਾਲ ਹੀ ਮੈਂ ਇੱਕ ਜਿਹੜੇ ਨਾ ਸਾਡਾ ਜਿਹੜਾ ਪ੍ਰੋਫੈਸ਼ਨ ਉਹਦੇ ਨਾਲ ਸੰਬੰਧਿਤ ਵੀ ਗੱਲ ਕਹਿਣੀ ਚਾਹੁੰਦਾ। ਸਾਡੇ ਜਿਹੜੇ ਜਰਨਲਿਸਟਾਂ ਲਈ ਇੱਕ ਵੇਜ ਬੋਰਡ ਹੁੰਦਾ ਸੀ, ਉਹ ਵੀ ਇਹਨਾਂ ਨੇ ਖਤਮ ਕਰਤਾ, ਉਹ ਵੀ ਇਹਦੇ 'ਚ ਸ਼ਾਮਲ ਕਰ ਦਿੱਤਾ। ਇਹਦੇ ਨਾਲ ਹੀ ਸਾਡੀ ਪ੍ਰੋਟੈਕਸ਼ਨ ਲਈ ਜਰਨਲਿਸਟਾਂ ਲਈ ਵਰਕਿੰਗ ਜਰਨਲਿਸਟ ਐਕਟ ਸੀਗਾ, ਉਹ ਵੀ ਹਿਸਟਰੀ ਦਾ ਹਿੱਸਾ ਬਣ ਗਿਆ, ਉਹਨੂੰ ਵੀ ਖਤਮ ਕਰਤਾ। ਗੱਲ ਇਹ ਕਹਿੰਦੇ ਵੀ ਅਸੀਂ ਜਰਨਲਿਸਟਾਂ ਨੂੰ ਜ਼ਿਆਦਾ ਹੱਕ ਦੇਣੇ ਆ, ਮਤਲਬ ਇਹਦੇ ਨਾਲ ਇਹ ਕੀਤਾ ਜਾ ਰਿਹਾ ਵੀ ਜਿਹੜੇ ਸਾਡੇ 6.5 ਘੰਟੇ ਦੀ ਜੌਬ ਸੀਗੀ ਉਹਨੂੰ ਵਧਾਇਆ ਜਾ ਰਿਹਾ। ਉਹ ਘੰਟੇ ਜਿਹੜੇ ਸੀਗੇ ਉਹਨਾਂ ਨੂੰ 8 ਕਰ ਦਿੱਤਾ ਜਾਵੇ, 10 ਕਰ ਦਿੱਤਾ ਜਾਵੇ। ਇਸ ਤਰੀਕੇ ਦਾ ਗੱਲਬਾਤ ਹੋ ਰਹੀ ਹੈ। ਇਸੇ ਕਰਕੇ ਇੰਡੀਅਨ ਜਰਨਲਿਸਟ ਯੂਨੀਅਨ ਜਿਹਦੀ ਕੱਲ ਮੀਟਿੰਗ ਹੋਈ ਸੀਗੀ, ਉਹਨੇ ਫੈਸਲਾ ਕੀਤਾ, ਹੜਤਾਲ ਦੀ ਹਮਾਇਤ ਕੀਤੀ ਹੈ। ਕਿਉਂਕਿ ਸਾਡੇ ਵੀ ਜਿਹੜੇ ਪੱਤਰਕਾਰਾਂ ਦੇ ਵੀ, ਮੀਡੀਆ ਦੇ ਵੀ ਇੰਟਰਸਟ ਜਿਹੜੇ ਆ ਉਹ ਸਾਰੇ ਕੋਇਨਸਾਈਡ ਕਰਦੇ। ਇੱਕ ਥਾਂ ਦੀ ਸਾਡੇ ਵੀ ਜਿਹੜੇ ਹੱਕ ਆ ਉਹ ਮਾਰੇ ਗਏ। ਇਹਦੇ ਵਿੱਚ ਮੈਂ ਇੱਕ ਹੋਰ ਗੱਲ ਜਿਹੜੀ ਅਗਲੀ ਕਹਿਣੀ ਚਾਹੁੰਦਾ ਕਿ ਇਸ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਕੋਈ 150 ਦੇ ਕਰੀਬ 140 ਤੋਂ ਵੱਧ ਜਰਨਲਿਸਟ ਜਿਹੜੇ ਮਾਰੇ ਗਏ ਕਰੋਨਾ ਕਾਰਨ। ਹਾਂਜੀ, ਨੈਸ਼ਨਲ ਪ੍ਰੈਸ ਡੇ ਦੇ ਉੱਪਰ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਕਿਹਾ ਵੀ ਜਰਨਲਿਸਟ ਕਰੋਨਾ ਵਾਰੀਅਰ ਨੇ। ਜਦੋਂ ਲੋਕਡਾਊਨ ਸ਼ੁਰੂ ਹੋਣਾ ਸੀ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਉਦੋਂ ਕਿਹਾ ਵੀ ਜਰਨਲਿਸਟ ਵੀ ਕਰੋਨਾ ਵਾਰੀਅਰ ਨੇ, ਇਹ ਵੀ ਜਿਹੜੇ ਆ ਪੁਲਿਸ ਹੈ, ਹੈਲਥ ਵਰਕਰ ਹੈ, ਉਹਨਾਂ ਦੀ ਤਰ੍ਹਾਂ ਹੀ ਫਰੰਟ ਤੇ ਲੜਨਗੇ ਤੇ ਲੋਕਾਂ ਨੂੰ ਜਾਣਕਾਰੀ ਦੇਣਗੇ। ਪਰ ਨੈਸ਼ਨਲ ਪ੍ਰੈਸ ਡੇ ਦੇ ਉੱਪਰ ਪ੍ਰਧਾਨ ਮੰਤਰੀ ਨੇ ਕਰੋਨਾ ਵਾਰੀਅਰ ਨੂੰ ਜਿਹੜੇ ਕੋਈ ਸਹੂਲਤਾਂ ਮਿਲਦੀਆਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਜਿਹੜੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟ ਮਿਨਿਸਟਰ ਹੈ ਪ੍ਰਕਾਸ਼ ਜਾਵੜੇਕਰ, ਉਹਨਾਂ ਵੀ ਕੋਈ ਗੱਲ ਨਹੀਂ ਕੀਤੀ। ਮਤਲਬ ਰਾਸ਼ਟਰਪਤੀ ਸਾਹਿਬ ਕਹਿ ਚੁੱਕੇ ਆ ਵੀ ਕਰੋਨਾ ਵਾਰੀਅਰ। ਅਸੀਂ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਾਂ ਵੀ ਕਰੋਨਾ ਵਾਰੀਅਰ ਦਾ ਜੇ ਖਿਤਾਬ ਦਿੱਤਾ ਹੈ ਤੇ ਉਹ ਲਾਗੂ ਵੀ ਕਰੋ। ਬੈਨੀਫਿਟ ਵੀ ਮਿਲਣੇ ਚਾਹੀਦੇ ਜਿਹੜੇ ਬਾਕੀ ਵਰਗਾਂ ਨੂੰ ਮਿਲ ਰਹੇ। ਉਹ ਬੈਨੀਫਿਟ ਹੀ ਨਹੀਂ ਮਿਲ ਰਹੇ। ਪੱਤਰਕਾਰਾਂ ਨੂੰ ਤਾਂ ਕੀ ਮਿਲਣਾ, ਜਿਹੜੇ ਡਾਕਟਰਾਂ ਨੂੰ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ, ਜਿਹੜਾ ਹੋਰ ਪੈਰਾਮੈਡੀਕਲ ਸਟਾਫ ਆ ਉਹਨਾਂ ਨੂੰ ਹੜਤਾਲਾਂ ਕਰਨੀਆਂ ਪਈਆਂ, ਪ੍ਰੋਟੈਸਟ ਕਰਨਾ ਪਿਆ। ਮਤਲਬ ਇਹ ਹਾਲਤ ਹੈ ਸਰਕਾਰ ਦੀ। ਜਿਹੜੀ ਜੰਮੂ ਜੀ ਲੱਗਦਾ ਤਾਂ ਇਹੀ ਹੈ ਨਾ ਕਿ ਜਿਹੜੇ ਕਿਰਤ ਕਾਨੂੰਨ ਹੁਣ ਇਹਨਾਂ ਨੇ ਲਿਆਂਦੇ ਆ ਉਹ ਵੀ ਡਿਸਆਸਟਰ ਮੈਨੇਜਮੈਂਟ ਜਿਹੜਾ ਦੇਸ਼ 'ਚ ਲਾਗੂ ਹੈ ਉਹਨੂੰ ਰੱਖ ਕੇ ਤੇ ਕਾਹਲੀ 'ਚ ਜਿਸ ਤਰ੍ਹਾਂ ਸੰਸਦ ਵਿੱਚੋਂ ਸਾਰਾ ਕੁਝ ਪਾਸ ਕਰਾਇਆ ਗਿਆ, ਲੋਕ ਸਭਾ ਵਿੱਚੋਂ, ਰਾਜ ਸਭਾ ਦੇ ਵਿੱਚੋਂ, ਉਹਦੇ ਤੋਂ ਕਿਤੇ ਨਾ ਕਿਤੇ ਤਾਂ ਇਹ ਗੱਲ ਲੱਗਦੀ ਹੈ ਕਿ ਜੇ ਇਸ ਤਰ੍ਹਾਂ ਦੀ ਸਥਿਤੀ ਨਾ ਹੁੰਦੀ ਤਾਂ ਸ਼ਾਇਦ ਇਹਨਾਂ ਦਾ ਹੋਰ ਵੀ ਵੱਡੇ ਪੱਧਰ ਤੇ ਜਿਹੜਾ ਵਿਰੋਧ ਹੋਣਾ ਸੀ। ਹੁਣ ਜਿਸ ਤਰ੍ਹਾਂ ਕੱਲ ਦੀ ਜਿਹੜੀ ਹੜਤਾਲ ਹੈ ਉਹਦੇ 'ਚ ਬੈਂਕ ਵੀ ਸ਼ਾਮਲ ਹੋ ਰਹੇ ਆ, ਉਹਦੇ ਵਿੱਚ ਜਿਹੜੇ ਸਮਾਜ ਦੇ ਬਾਕੀ ਹਿੱਸੇ ਹੈਗੇ ਆ, ਮੁਲਾਜ਼ਮ ਹੈਗੇ ਆ, ਉਹ ਵੀ ਸ਼ਾਮਲ ਹੋ ਰਹੇ, ਸੰਤੀ ਮਜ਼ਦੂਰ ਸ਼ਾਮਲ ਹੋ ਰਿਹਾ। ਸੋ ਇਸ ਕਰਕੇ ਲੱਗਦਾ ਇਹ ਹੈ ਕਿ ਜੰਮੂ ਸਾਰਾ ਹੀ ਜਿਹੜਾ ਮਿਹਨਤਕਸ਼ ਲੋਕ ਹੈਗੇ ਆ ਉਹ ਸਾਰੇ ਹੀ ਇਸ ਕੇਂਦਰ ਸਰਕਾਰ ਦੇ ਖਿਲਾਫ ਜੋ ਵੀ ਉਹ ਨੀਤੀਆਂ ਲੈ ਕੇ ਆ ਰਹੀ ਹੈ, ਲਾਗੂ ਕਰ ਰਹੀ ਹੈ, ਉਹਦੇ ਖਿਲਾਫ ਉਹਨਾਂ ਨੂੰ ਵਾਪਸ ਕਰਾਉਣ ਦੇ ਲਈ ਇਸ ਕਰਕੇ ਦ੍ਰਿੜ ਹੁੰਦੇ ਜਾ ਰਹੇ। ਤੇ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਸ ਘੋਲ ਦਾ ਘੇਰਾ ਜਿਹੜਾ ਹੋਰ ਵਿਸ਼ਾਲ ਹੋ ਕੇ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਕਿਸਾਨ ਅੰਦੋਲਨ ਦੀ, ਜਨ ਅੰਦੋਲਨ ਬਣਨ ਵਾਲੀ ਸਾਰੀ ਜਿਹੜੀ ਸਥਿਤੀ ਹੈ, ਜਨ ਕ੍ਰਾਂਤੀ ਵੱਲ ਜਿਹੜੀ ਸਥਿਤੀ ਹੈ ਉਹ ਵੱਧ ਰਹੀ ਹੈ, ਜਿਸ ਤਰ੍ਹਾਂ ਦੀ ਗੱਲ ਸਾਹਮਣੇ ਆ ਰਹੀ ਹੈ। ਦੇਖੋ ਜਿੱਧਰ ਨੂੰ ਮਸਲੇ ਜਾ ਰਹੇ ਆ, ਜਿਵੇਂ ਸਾਰਾ ਕੁਝ ਲਾਗੂ ਕੀਤਾ ਜਾ ਰਿਹਾ, ਉਹ ਬੜੀ ਹੀ ਅਣਹੋਣੀ ਮਤਲਬ ਦਿਸ਼ਾ ਵੱਲ ਨੂੰ ਵੱਧ ਰਿਹਾ ਸਾਰਾ ਕੁਝ। ਮਤਲਬ ਸਰਕਾਰ ਜਿਹੜੀ ਆ, ਮਤਲਬ ਆਮ ਬੰਦੇ ਦੇ ਜਿਹੜਾ ਕਿਹਾ ਜਾਂਦਾ ਵੀ ਡੈਮੋਕ੍ਰੇਸੀ ਬਾਰੇ ਕਿਹਾ ਜਾਂਦਾ, ਬਾਈ ਦਾ ਪੀਪਲ ਫਾਰ ਦਾ ਪੀਪਲ, ਲੋਕਾਂ ਦੁਆਰਾ, ਲੋਕਾਂ ਦੀ ਸਰਕਾਰ, ਇਹ ਲੋਕਾਂ ਦੀ ਸਰਕਾਰ ਦਾ ਤਾਂ ਮਾਮਲਾ ਨਹੀਂ, ਲੋਕਾਂ ਦਾ ਮਾਮਲਾ ਹੀ ਨਹੀਂ ਕੋਈ ਰਹਿ ਗਿਆ।
ਜਿੰਨੇ ਕਾਨੂੰਨ ਬਣ ਰਹੇ ਜੋ ਬਣੇ ਆ ਪਿਛਲੇ ਸਮੇਂ ਦੇ ਵਿੱਚ, ਪਿਛਲੇ ਕੁਝ ਸਮੇਂ 'ਚ, ਇੱਕ ਪਾਸੇ ਕਰੋਨਾ ਮਹਾਮਾਰੀ ਦਾ ਡਰ ਦਿਖਾਇਆ ਜਾ ਰਿਹਾ, ਦੂਜੇ ਪਾਸੇ ਐਂਟੀ ਪੀਪਲ ਜਿਹੜੇ ਕਾਨੂੰਨ ਜਿਹੜੇ ਬਣ ਗਏ ਇਸ ਦੇਸ਼ ਦੇ ਵਿੱਚ, ਮਤਲਬ ਉਹ ਸਾਰਾ ਕੁਝ ਕਰੋਨਾ ਦੇ ਡਰ ਦੇ ਵਿੱਚ ਹੀ ਲਾਗੂ ਕੀਤਾ। ਤੁਸੀਂ ਦੇਖੋ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਕਾਰਪੋਰੇਟ ਦੀ, ਕਿ ਜਿਹੜੀ ਲੋਕਡਾਊਨ ਹੋਇਆ, ਜਿਹੜਾ ਕਰੋਨਾ ਮਹਾਮਾਰੀ ਆਈ, ਉਹਦੇ 'ਚ ਬੇਰੁਜ਼ਗਾਰੀ ਕਿੰਨੀ ਵਧੀ, ਲੋਕਾਂ ਦੀਆਂ ਨੌਕਰੀਆਂ ਗਈਆਂ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕਟੌਤੀ ਹੋ ਗਈ। ਰਿਲਾਇੰਸ ਜਿਹੜਾ ਸਭ ਤੋਂ ਅਮੀਰ ਆਦਮੀ ਹੈ ਇਸ ਮੁਲਕ ਦਾ, ਉਹਨੇ ਜਿਹੜੇ ਮੁਲਾਜ਼ਮ ਸੀਗੇ, ਜਦੋਂ ਹੀ ਲੋਕਡਾਊਨ ਲੱਗਿਆ ਤਾਂ ਉਹਨੇ ਬਕਾਇਦਾ 50% ਦੀ ਕਟੌਤੀ ਕਰਤੀ ਤਨਖਾਹਾਂ ਦੇ ਵਿੱਚ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੇ ਫਿਗਰ ਆ ਰਹੇ ਆ ਉਹਨਾਂ ਦੇ ਮੁਤਾਬਕ ਜਿਹੜੀ ਸਭ ਤੋਂ ਵੱਧ ਜੇ ਕੋਈ ਅਸਾਸੇ ਕੈਪੀਟਲ ਜਾਂ ਜਾਇਦਾਦ ਜਾਂ ਸਰਮਾਇਆ ਜਿਹਦਾ ਵਧਿਆ, ਉਹ ਜਾਂ ਤਾਂ ਮੁਕੇਸ਼ ਅੰਬਾਨੀ ਹੈ, ਜਿਸ ਤਰ੍ਹਾਂ ਦੂਸਰੇ ਪਾਸੇ ਜਿੰਨਾ ਤੁਸੀਂ ਨਾਂ ਲਿਆ ਅਡਾਨੀ, ਕਿ ਮਤਲਬ 230% ਜਿਹੜਾ ਉਹਦੇ ਅਸਾਸੇ ਇਕੱਲੇ ਅਡਾਨੀ ਦੇ ਹੀ ਵਧੇ ਹੈਗੇ, ਔਰ 449 ਜਿਹੜੇ ਕਰੋੜ ਦੇ ਕਰੀਬ ਪੈਸਾ ਜਿਹੜਾ ਹਰ ਰੋਜ਼ ਉਹਨੂੰ ਜਿਹੜੀ ਆਮਦਨ ਹੁੰਦੀ ਸੀ। ਔਰ ਦੂਸਰੇ ਪਾਸੇ ਦੇਖਦੇ ਹਾਂ ਕਿ ਅਸੀਂ ਲੋਕ ਕਿਸ ਤਰ੍ਹਾਂ ਗਰੀਬੀ ਰੇਖਾ 'ਚ ਚਲੇ ਗਏ, ਜਿਨ੍ਹਾਂ ਨੂੰ ਕਰੋਨਾ ਦੇ ਇਲਾਜ ਕਰਾਉਣ ਦੇ ਲਈ ਪ੍ਰਾਈਵੇਟ ਹਸਪਤਾਲਾਂ ਨਾਲ ਵਾਹ ਪਿਆ, ਉਹ ਵੀ ਗਰੀਬ ਹੋਏ। ਸੋ ਸਾਰੀ ਅਸੀਂ ਸਥਿਤੀ ਦੇਖਦੇ ਹਾਂ ਕਿ ਇੱਕ ਪਾਸੇ ਤਾਂ ਲੋਕ ਬੇਰੁਜ਼ਗਾਰ ਹੋ ਰਹੇ ਆ, ਲੋਕ ਗਰੀਬ ਹੋ ਰਹੇ ਆ, ਦੂਜੇ ਪਾਸੇ ਜਿਹੜੀ ਅਸਮਾਨਤਾ ਨਾ ਬਰਾਬਰੀ ਇੰਨੀ ਵੱਧ ਰਹੀ ਹੈ ਕਿ ਦੂਜੇ ਪਾਸੇ ਮੁਕੇਸ਼ ਅੰਬਾਨੀ ਤੇ ਅਡਾਨੀ ਦਾ ਜਿਹੜਾ ਸਾਰਾ ਕਾਰੋਬਾਰ ਹੈ ਉਹ ਦਿਨ ਰਾਤ ਜਿਹੜਾ ਤਰੱਕੀ ਕਰ ਰਿਹਾ। ਮਤਲਬ ਹਾਲਤ ਇਹੀ ਹੈ, ਜਿਹੜਾ ਦੇਸ਼ ਹੈ ਉਹਦੇ ਵਿੱਚ ਜਿਹੜਾ ਗਰੀਬਲੀ ਸੀਗਾ ਉਹ ਕੋਈ ਗੱਲ ਰਹਿ ਨਹੀਂ ਗਈ। ਜਿਹੜੀ ਹੜਤਾਲ ਕੱਲ ਹੋ ਰਹੀ ਹੈ, ਉਹਨਾਂ ਦੇ ਬੜੇ ਸਿੱਧੇ ਜਿਹੇ ਵੀ ਜਿਹੜੇ ਇਹਨਾਂ ਨੇ ਕਾਨੂੰਨ ਬਣਾਏ ਆ ਉਹਨਾਂ ਨੂੰ ਬਦਲਿਆ ਜਾਵੇ। ਇਹ ਕਾਨੂੰਨ ਵਰਕਿੰਗ ਕਲਾਸ ਦੇ ਖਿਲਾਫ ਨੇ। ਉਹਦੇ ਵਿੱਚ ਕੰਮ ਦੇ ਘੰਟੇ ਵੀ ਵਧਾ ਦਿੱਤੇ ਗਏ ਆ, ਉਹਦੇ ਜਿਹੜੇ ਹੋਰ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਸੀ ਉਹ ਬੰਦ ਕਰ ਦਿੱਤੀਆਂ, ਕੱਢਣ ਵਾਲੀ 300 ਤੱਕ ਕੱਢ ਸਕਦੇ। ਹਾਂਜੀ, ਮਤਲਬ ਇਹ ਪਹਿਲਾਂ 50 ਤੋਂ ਬਾਅਦ ਪਰਮਿਸ਼ਨ ਲੈਣ ਦੀ ਸੀ, ਹੁਣ 300 ਕਰ ਦਿੱਤੀ ਗਈ ਹੈ। ਮਤਲਬ ਸਾਰਾ ਕੁਝ ਜਿਹੜਾ ਹੈ ਇਹਨਾਂ ਲੋਕਾਂ ਨੂੰ ਜਿਹੜੇ ਆ ਵੱਡੇ ਵੱਡੇ ਲੋਕ ਆ ਉਹਨਾਂ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ। ਜਿਹੜੇ ਈਜ਼ ਆਫ ਬਿਜ਼ਨਸ ਦੇ ਨਾਂ ਦੇ ਉੱਪਰ ਇਹ ਸਾਰਾ ਕੀਤਾ ਜਾ ਰਿਹਾ ਵੀ ਬਿਜ਼ਨਸ ਨੂੰ ਅਸੀਂ ਸਖਾਲਾ ਕਰਨਾ, ਮਤਲਬ ਸਖਾਲਾ ਉਹਨਾਂ ਦੀਆਂ ਗਰਦਨਾਂ ਕੱਟਣੀਆਂ। ਮਤਲਬ ਲਾਕਡਾਊਨ ਦੇ ਵਿੱਚ 10 ਕਰੋੜ ਤੋਂ ਵੱਧ ਜਿਹੜੇ ਲੋਕ ਬੇਰੁਜ਼ਗਾਰ ਹੋਏ, ਜੀ ਜੀ, ਮਤਲਬ ਉਹਨਾਂ ਬਾਰੇ ਕੋਈ ਸੋਚਿਆ ਨਹੀਂ ਜਾ ਰਿਹਾ। ਉਹਨਾਂ ਦੀ ਕੋਈ ਫੰਡ ਐਸਾ ਨਹੀਂ ਬਣਿਆ ਵੀ ਜਿਹੜੀ ਉਹਨਾਂ ਦੀ ਮਦਦ ਕੀਤੀ ਜਾਵੇ। ਇਸੇ ਕਰਕੇ ਕਈ ਵਾਰੀ ਦੇਖੀਦਾ ਸਾਡੇ ਦੇਸ਼ ਦੇ ਵਿੱਚ ਸੁਈਸਾਈਡ ਦੀ ਜਿਹੜੀ ਦਰ ਹੈ ਉਹ ਵੀ ਵਧੀ ਹੋਈ ਹੈ। ਮਤਲਬ ਪਿਛਲੇ ਦਿਨਾਂ ਦੇ ਵਿੱਚ ਕਈ ਮਾਮਲੇ ਆਏ। ਹਿਮਾਚਲ ਪ੍ਰਦੇਸ਼ ਹੈ ਜਿੱਥੇ ਇਹਨਾਂ ਦੀ ਆਪਦੀ ਪਾਰਟੀ ਦਾ ਰਾਜ ਹੈ, ਉੱਥੇ ਵੀ ਸੁਈਸਾਈਡ ਰੇਟ ਵਧਿਆ ਹੋਇਆ। ਜੀ ਜੀ, ਮਤਲਬ ਇਹ ਪੂਰੇ ਦੇਸ਼ ਦੇ ਵਿੱਚ ਇਸ ਪਾਸੇ ਵੱਲ ਨੂੰ ਜਾ ਰਿਹਾ। ਜੰਮੂ ਜਿਹੜੀ ਦੂਸਰੀ ਲਹਿਰ ਸ਼ੁਰੂ ਹੋਈ ਹੈ ਹੁਣ ਕੋਵਿਡ-19 ਦੀ, ਉਹਦੇ ਵਿੱਚ ਕਰੋਨਾ ਦੀ, ਉਹਦੇ ਵਿੱਚ ਗੁਜਰਾਤ ਦਾ ਜਿਹੜਾ ਸ਼ਹਿਰ ਹਾਪੀ ਹੈਗਾ, ਸੰਤੀ ਸ਼ਹਿਰ ਹੈ, ਉੱਥੇ ਕੱਲ ਜਿਹੜੀਆਂ ਅਖਬਾਰਾਂ 'ਚ ਉੱਥੋਂ ਰਿਪੋਰਟਾਂ ਆਈਆਂ, ਲੱਗੀਆਂ ਬਕਾਇਦਾ ਤਸਵੀਰਾਂ ਲੱਗੀਆਂ ਕਿ ਜਿਉਂ ਹੀ ਉੱਥੇ ਰਾਤ ਦੇ ਕਰਫਿਊ ਲੱਗਣੇ ਸ਼ੁਰੂ ਹੋਏ ਆ ਸ਼ਹਿਰਾਂ ਦੇ ਵਿੱਚ, ਤਾਂ ਉਹ ਸ਼ਹਿਰ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਹੈ 1.25 ਲੱਖ ਦੇ ਕਰੀਬ ਉਹ ਕੰਮ ਕਰਦੇ ਆ, ਔਰ ਉਹਨਾਂ ਨੇ ਉੱਥੋਂ ਕੋਈ ਨਾ ਕੋਈ ਸਾਧਨ ਲੱਭ ਕੇ ਆਪਣੇ ਪਿੰਡਾਂ ਨੂੰ ਫੇਰ ਵਾਪਸੀ ਸ਼ੁਰੂ ਕਰਤੀ। ਜਿਹੋ ਜਿਹੇ ਦ੍ਰਿਸ਼ ਤੁਸੀਂ ਦੇਖੇ ਸੀਗੇ ਜਦੋਂ ਲਾਕਡਾਊਨ ਸ਼ੁਰੂ ਹੋਇਆ ਸੀਗਾ ਮਾਰਚ ਦੇ ਵਿੱਚ, ਤਾਂ ਉਸ ਤਰ੍ਹਾਂ ਦੇ ਤੁਹਾਨੂੰ ਕੱਲ ਜਿਹੜੇ ਉੱਥੋਂ ਦੀਆਂ ਤਸਵੀਰਾਂ ਉਹ ਵੀ ਉਸ ਤਰ੍ਹਾਂ ਦੇ ਦ੍ਰਿਸ਼ ਹੀ ਤੁਹਾਨੂੰ ਯਾਦ ਕਰਾਉਂਦੀਆਂ ਕਿ ਕਿਸ ਤਰ੍ਹਾਂ ਲੋਕਾਂ ਦੇ ਮਨਾਂ 'ਚ ਜਿਹੜਾ ਭੈ ਹੈ, ਡਰ ਹੈ ਕਿ ਫਿਰ ਸਾਨੂੰ ਅਸੀਂ ਰੁਜ਼ਗਾਰ ਦਾ ਇੱਥੇ ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ, ਤੇ ਕਰਫਿਊ 'ਚ ਕਿਤੇ ਅਸੀਂ ਫਿਰ ਨਾ ਇੱਥੇ ਫਸ ਜਾਈਏ। ਉਹ ਉੱਥੋਂ ਛੱਡ ਕੇ ਆਪਣੇ ਪਿੰਡਾਂ ਨੂੰ ਫਿਰ ਵਾਪਸ ਤੁਰਿਆ। ਹਾਲਤ ਤਾਂ ਇਸ ਪਾਸੇ ਨੂੰ ਜਾ ਰਹੀ ਹੈ ਦੇਸ਼ ਦੀ, ਤੇ ਸਰਕਾਰ ਦੂਜੇ ਪਾਸੇ ਤੁਰੀ ਹੋਈ ਹੈ। ਸੋ ਇਸ ਹੜਤਾਲ ਦੇ ਵਿੱਚ ਕਿਸਾਨਾਂ ਦਾ ਵੀ ਅੰਦੋਲਨ ਸ਼ਾਮਲ ਹੋਏਗਾ ਤੇ ਮਜ਼ਦੂਰਾਂ ਦਾ ਵੀ, ਵਰਕਿੰਗ ਕਲਾਸ ਦਾ ਵੀ ਅੰਦੋਲਨ ਹੋਏਗਾ। ਉਹਦੇ ਨਾਲ ਵਾਈਟ ਕਾਲਰ ਜਿਹੜੇ ਬੈਂਕਿੰਗ ਆ ਉਹ ਸਾਰੇ ਸ਼ਾਮਲ ਹੋਣਗੇ। 4 ਲੱਖ ਦੇ ਕਰੀਬ ਹੈ ਜੀ ਬੈਂਕ EMPLOYE ਜਿਹੜੇ, ਤੇ ਟੋਟਲ ਜਿਹੜੇ ਆ ਉਹਨਾਂ ਦੇ ਵੀ ਉਹਨਾਂ ਦੇ ਸਾਰਾ ਕੁਝ ਬਦਲਿਆ ਗਿਆ ਪਿਛਲੇ ਦਿਨਾਂ ਦੇ ਵਿੱਚ। ਤੇ ਸਾਰੇ ਵਰਗ ਜਿਹੜੇ ਆ ਇਹ ਸਰਕਾਰ ਤੋਂ, ਇੱਕ ਕਾਰਪੋਰੇਟ ਖੁਸ਼ ਨੇ, ਇੱਕ BJP ਦੀ ਜਿਹੜੀ ਪਾਰਟੀ ਆ ਉਹਦੇ ਲੋਕ ਖੁਸ਼ ਹੋ ਸਕਦੇ, RSS ਵੀ ਖੁਸ਼ ਹੈ, ਉਹ ਖੁਸ਼ ਨੇ। ਮਤਲਬ ਇਹ ਜਿੰਨਾ ਸਿਸਟਮ ਬਣਾ ਰਿਹਾ ਇਹ ਸਿਸਟਮ ਜਾਏਗਾ ਕਿੱਧਰ? ਲੋਕਾਂ ਨੂੰ ਜਿਹੜਾ ਉਹਦੇ ਪਾੜਨ ਲਈ, ਵੱਖ ਕਰਨ ਲਈ ਉਹ ਲਵ ਜਹਾਦ ਆ ਜਾਂ ਕੁਝ ਹੋਰ ਇਸ ਕਿਸਮ ਦੇ ਧਰਮ ਆਧਾਰਿਤ ਰਾਜਨੀਤੀ। ਲਵ ਜਹਾਦ ਕਿਹੜਾ ਜੰਮੂ ਜੀ ਇੱਕ ਥਾਂ ਤੇ ਆ ਲਵ ਜਹਾਦ। ਦੇਖੋ ਉੱਤਰ ਪ੍ਰਦੇਸ਼ ਨੇ ਆਰਡੀਨੈਂਸ ਕਰਤਾ, ਹਰਿਆਣਾ ਉਹਦੀ ਤਿਆਰੀ ਕਰ ਰਿਹਾ, ਮੱਧ ਪ੍ਰਦੇਸ਼ ਨੇ ਉਹਦਾ ਖਰੜਾ ਤਿਆਰ ਕਰ ਰਿਹਾ। ਜਿਹੜਾ ਉਹਨਾਂ ਦਾ ਵਿਧਾਨ ਸਭਾ ਦਾ ਅਗਲਾ ਸੈਸ਼ਨ ਆਉਣਾ ਉਹਦੇ ਵਿੱਚ ਉਹਨਾਂ ਨੇ ਉਹ ਬਿੱਲ ਪੇਸ਼ ਕਰਨਾ ਹੈਗਾ। ਇਸ ਤਰ੍ਹਾਂ ਹੀ ਕਰਨਾਟਕ ਵਾਲਾ ਕਰ ਰਿਹਾ, ਤੇ ਇਸ ਤੋਂ ਪਹਿਲਾਂ ਲਿੰਚਿੰਗ ਵਾਲੇ ਮਾਮਲੇ ਤੁਸੀਂ ਦੇਖ ਲਓ। ਹਾਂਜੀ, ਸੋ ਕੱਲ ਦੀ ਜਿਹੜੀ ਹੜਤਾਲ ਆ ਉਹ ਵੱਡੇ ਪੱਧਰ ਤੇ ਹੋਏਗੀ। ਉਹ ਲੋਕ ਜਿਹੜੇ ਆ ਕਰੋਨਾ ਮਹਾਮਾਰੀ ਨੂੰ ਇੱਕ ਪਾਸੇ ਛੱਡਦੇ ਹੋਏ ਖੁੱਲ੍ਹ ਕੇ ਮਤਲਬ ਆਪਣੇ ਜਿਹੜੇ ਪ੍ਰਗਟਾਵੇ ਦੀ ਆਜ਼ਾਦੀ ਆ ਉਹਨੂੰ ਵਰਤਣ ਦਾ ਯਤਨ ਕਰਨਗੇ। ਥਾਂ ਥਾਂ ਦੇ ਉੱਪਰ ਕੱਲ੍ਹ ਨੂੰ ਪ੍ਰੋਟੈਸਟ ਹੋਣਗੇ, ਮਤਲਬ ਥਾਂ ਥਾਂ 'ਤੇ ਰੈਲੀਆਂ ਮੁਜ਼ਾਹਰੇ ਹੋਣਗੇ।
ਤੇ ਉਹ ਕੇਂਦਰ ਸਰਕਾਰ ਨੂੰ ਇੱਕ ਮੈਸੇਜ ਦੇਣਗੇ ਵੀ ਤੁਸੀਂ ਜਿਹੜਾ ਜੋ ਖੁੱਲ੍ਹਾਂ ਜਿਹੜੀਆਂ ਕਾਰਪੋਰੇਟ ਨੂੰ ਦੇ ਰਹੇ ਉਹਦੀ ਥਾਂ ਤੇ ਦੇਸ਼ ਦੇ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ। ਜਿਹੜੀ ਤੁਹਾਡੀ ਜ਼ਿੰਮੇਵਾਰੀ ਹੈ ਉਹਨੂੰ ਵੀ ਸਮਝਣਾ ਚਾਹੀਦਾ। ਜੋ ਤੁਸੀਂ ਪਹਿਲਾਂ ਨਾਅਰੇ ਲਾਏ, ਜੋ ਵਾਅਦੇ ਕੀਤੇ ਆ, ਉਹਨਾਂ ਨੂੰ ਵੀ ਪੂਰੇ ਕਰਨ ਵੱਲ ਸੋਚਣਾ ਜਾਣਾ ਚਾਹੀਦਾ। ਇਹ ਵੀ ਕਿਹਾ ਜਾਂਦਾ ਉਹਦੇ ਵਿੱਚ ਇੱਕ ਹੋਰ ਮੰਗਾਂ ਨੇ ਵੀ ਜਿਹੜੇ ਆਂਗਣਵਾੜੀ ਵਰਕਰ ਆ, ਜਿਹੜੇ ਦੂਜੇ ਆ ਜਿਨ੍ਹਾਂ ਨੂੰ ਤੁਸੀਂ ਆਨਰੇਰੀਆ ਦਿੰਦੇ ਹੋ, ਮਾਣ ਭੱਤਾ ਦਿੰਦੇ ਹੋ, ਉਹਨਾਂ ਨੂੰ ਵੀ ਜਿਹੜਾ ਕੋਈ ਜਿਹੜਾ ਠੀਕ ਤਰੀਕੇ ਦਾ ਰੁਜ਼ਗਾਰ ਮਿਲਣਾ ਚਾਹੀਦਾ। ਉਹਨਾਂ ਨੂੰ ਮਿਨੀਮਮ ਆਸ਼ਾ ਵਰਕਰਾਂ ਦੀ ਹਾਲਤ ਵੀ ਦੇਖੋ ਕਿੰਨੀ, ਉਹ ਸਾਰੇ ਆਂਗਣਵਾੜੀ ਆਸ਼ਾ ਵਰਕਰ ਉਹਨਾਂ ਦੀ ਸਾਰਿਆਂ ਦੀ। ਫਿਰ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੇ ਕੀਤਾ ਸੀ ਨਰੇਗਾ ਤਹਿਤ, ਉਹਦੀ ਮੰਗ ਵੀ ਉਹਨਾਂ ਨੇ ਸ਼ਾਮਲ ਕੀਤੀ ਉਹਦੇ ਵਿੱਚ ਵੀ ਉਹਨਾਂ ਨੂੰ ਵੀ ਜਿਹੜਾ ਕੰਮ ਦੇ ਸਾਲ ਦੇ ਵਿੱਚ 365 ਦਿਨਾਂ ਦੇ ਵਿੱਚ 200 ਦਿਨ ਤਾਂ ਕੰਮ ਮਿਲਣਾ ਚਾਹੀਦਾ। ਪਹਿਲਾਂ 100 ਦਿਨ ਦਾ, ਪਹਿਲਾਂ 100 ਦਿਨ ਵੀ ਕਿਤੇ ਨਹੀਂ ਪੂਰਾ ਹੈਗਾ, ਪੂਰਾ ਨਹੀਂ ਮਿਲਦਾ। ਮਤਲਬ ਇਹਨੂੰ 200 ਦਿਨ ਕਰਨਾ ਚਾਹੀਦਾ ਤੇ ਇਹਦੀ ਗਾਰੰਟੀ ਕਰਨੀ ਚਾਹੀਦੀ ਉਹਨਾਂ ਨੂੰ ਕੰਮ ਮਿਲੇ, ਉਹ ਰੋਟੀ ਖਾ ਸਕਣ। ਮਤਲਬ ਇਹ ਮੰਗਾਂ ਨੇ, ਇਹਦੇ ਬਾਰੇ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ। ਇਹਦੇ ਉੱਪਰ ਇਸ ਕਰਕੇ ਜਿਹੜੇ ਆ ਵੱਡੇ ਪੱਧਰ ਤੇ ਕੱਲ ਦੇਸ਼ ਭਰ ਦੇ ਵਿੱਚ ਪ੍ਰੋਟੈਸਟ ਹੋਏਗਾ ਤੇ ਮੇਰਾ ਖਿਆਲ ਸ਼ਾਇਦ ਕੇਂਦਰ ਸਰਕਾਰ ਕੁਝ ਜਾਗੇ, ਕੁਝ ਸੋਚੇ ਵੀ ਜਿਹੜਾ ਐਡਾ ਵੱਡਾ ਪ੍ਰੋਟੈਸਟ ਹੋ ਰਿਹਾ ਉਹਦੇ ਮਾਮਲੇ ਨੂੰ ਕਿਵੇਂ ਹੱਲ ਕਰਨਾ। ਮੇਰਾ ਖਿਆਲ ਹੈ ਕਿ ਬੜੇ ਲੰਮੇ ਸਮੇਂ ਬਾਅਦ ਹੈ ਕਿ ਏਡੀ ਵੱਡੀ ਦੇਸ਼ ਵਿਆਪੀ ਹੜਤਾਲ ਹੋ ਰਹੀ ਹੈ ਜਿੰਦੇ ਚ 25 ਕਰੋੜ ਕਾਮੇ ਹਿੱਸਾ ਲੈ ਰਹੇ ਤੇ ਕਿਸਾਨਾਂ ਦੀ ਤਾਂ ਕੋਈ ਗਿਣਤੀ ਨਹੀਂ ਨਾ। ਕਿੰਨੇ ਕਿਸਾਨ ਜਿਹੜੇ ਹੈ ਉਸ ਦਿੱਲੀ ਮਾਰਚ ਵੱਲ ਨੂੰ ਤੁਰੇ ਹੋਏ ਆ, ਆਪੋ ਆਪਣੇ ਰਾਜਾਂ 'ਚ ਉਹ ਰੋਸ ਪ੍ਰਦਰਸ਼ਨ ਕਰ ਰਹੇ ਆ, ਵੱਖ-ਵੱਖ ਜਿਹੜੇ ਅੰਦੋਲਨ ਦੇ ਵੱਖ-ਵੱਖ ਰੂਪ ਅਪਣਾ ਕੇ ਆਪਣਾ ਉਹ ਰੋਸ ਪ੍ਰਗਟਾ ਰਹੇ। ਤੇ ਮੰਗ ਜੰਮੂ ਦੋਨੋਂ ਪਾਸੇ ਇੱਕੋ ਹੀ ਹੈ। ਕਿਸਾਨ ਜਿਹੜੇ ਆ ਉਹ ਇਹ ਮੰਗ ਕਰ ਰਹੇ ਆ ਕਿ ਜਿਹੜੇ ਖੇਤੀ ਕਾਨੂੰਨ ਬਣਾਇਆ ਸਰਕਾਰ ਨੇ ਔਰ ਬਿਜਲੀ ਸੋਧ ਬਿੱਲ 2020 ਹੈ ਜਿਹੜਾ, ਉਹ ਸਾਰਾ ਕੁਝ ਜਿਹੜਾ ਵਾਪਸ ਲਿਆ ਜਾਵੇ, ਉਹਨੂੰ ਰੋਕਿਆ ਜਾਵੇ, ਰੱਦ ਕੀਤਾ ਜਾਵੇ। ਤੇ ਦੂਜੇ ਪਾਸੇ ਜਿਹੜੀਆਂ ਟ੍ਰੇਡ ਯੂਨੀਅਨ ਹੈ, ਕੇਂਦਰੀ ਟ੍ਰੇਡ ਯੂਨੀਅਨ 10, ਉਹ ਵੀ ਇਹ ਮੰਗ ਕਰ ਰਹੀਆਂ ਕਿ ਜਿਹੜੇ ਕੇਂਦਰ ਸਰਕਾਰ ਨੇ ਨਵੇਂ ਕਿਰਤ ਕਾਨੂੰਨ ਬਣਾਇਆ ਉਹ ਵਾਪਸ ਲਵੇ ਤੇ ਜੋ ਕੁਝ ਕਿਰਤੀਆਂ ਦੇ ਹੱਕ 'ਚ ਹੈ ਉਹ ਕਾਨੂੰਨਾਂ ਨੂੰ ਲਾਗੂ ਕਰਨ ਦੇ ਲਈ ਕਿਰਤੀ ਜਿਹੜੀਆਂ ਯੂਨੀਅਨਾਂ ਹੈਗੀਆਂ, ਟ੍ਰੇਡ ਯੂਨੀਅਨਾਂ ਹੈਗੀਆਂ, ਉਹਨਾਂ ਨਾਲ ਗੱਲਬਾਤ ਕਰੇ। ਸੋ ਇੱਥੇ ਜਿਹੜੇ ਅੱਜ ਦਾ ਅਸੀਂ ਪ੍ਰੋਗਰਾਮ ਹੈ ਆਪਣਾ ਸਮਾਪਤ ਕਰਾਂਗੇ। ਇਹ ਦੋ ਜਿਹੜੇ ਕੱਲ੍ਹ ਦੇ ਮੁੱਖ ਐਕਸ਼ਨ ਹੋਣੇ ਆ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ ਔਰ ਟ੍ਰੇਡ ਯੂਨੀਅਨਾਂ ਵੱਲੋਂ, ਤੇ ਇਸ ਦੇ ਕੱਲ੍ਹ ਕੀ ਨਤੀਜੇ ਸਾਹਮਣੇ ਆਉਂਦੇ ਆ, ਕੱਲ੍ਹ ਅਸੀਂ ਫਿਰ ਤੁਹਾਡੇ ਨਾਲ ਇਸ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਜੋ ਉੱਥੇ ਵਾਪਰੇਗਾ ਉਹਦੇ ਤੇ ਗੱਲਬਾਤ ਕਰਾਂਗੇ ਔਰ ਤੁਹਾਡੇ ਸਾਰੇ ਉਹ ਨਜ਼ਰ ਕਰਾਂਗੇ। ਹੁਣ ਸਾਨੂੰ ਦਿਓ ਆਗਿਆ। ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ।